ਓਨਟਾਰੀਓ ਵਿਧਾਨ ਸਭਾ ਦੇ ਵਿੱਚ ਬਰੈਂਪਟਨ ਈਸਟ ਦੇ MPP ਗੁਰਰਤਨ ਸਿੰਘ ਵੱਲੋਂ 1984 ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਸੰਬੰਧੀ ਜਾਗਰੂਕਤਾ ਮਤਾ ਲਿਆਉਣ ਵਾਸਤੇ ਹਫ਼ਤਾ ਮਨਾਉਣ ਦਾ ਮਤਾ ਪੇਸ਼ ਕੀਤਾ ਗਿਆ ਹੈ। ਬਿੱਲ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਨਵੰਬਰ ਦੇ ਪਹਿਲੇ ਹਫ਼ਤੇ ਨੂੰ ਸਿੱਖ ਜੈਨੋਸਾਈਡ ਅਵੇਅਰਨੈਸ ਵੀਕ ਵਜੋਂ ਮਨਾਇਆ ਜਾਵੇ। ਸਾਡੀ ਟੀਮ ਨੂੰ ਉਹਨਾਂ ਨੇ ਇਸ ਸੰਬੰਧੀ ਵਿਸਥਾਰ ਗੱਲਬਾਤ ਦੇ ਵਿੱਚ ਜਾਣਕਾਰੀ ਦਿੱਤੀ ਹੈ। ਬਰੈਂਪਟਨ ਈਸਟ ਤੋਂ NDP MPP ਗੁਰਰਤਨ ਸਿੰਘ ਵੱਲੋਂ ਓਨਟਾਰੀਓ ਲੈਜਿਸਲੇਚਰ ਦੇ ਵਿੱਚ ਇੱਕ ਮਤਾ ਪ੍ਰੈਜ਼ੈਂਟ ਕੀਤਾ ਗਿਆ ਹੈ, ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਨਵੰਬਰ ਦੇ ਪਹਿਲੇ ਹਫ਼ਤੇ ਨੂੰ ਸਿੱਖ ਜੈਨੋਸਾਈਡ ਵੀਕ ਵਜੋਂ ਡਿਕਲੇਅਰ ਕੀਤਾ ਜਾਏ ਤੇ ਇਸ ਸੰਬੰਧੀ ਅੱਜ ਗੱਲਬਾਤ ਲਈ ਉਹ ਸਾਡੇ ਨਾਲ ਸਟੂਡੀਓ ਦੇ ਵਿੱਚ ਖਾਸ ਤੌਰ ਤੇ ਮੌਜੂਦ ਹਨ। ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ PDC ਸਟੂਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ ਤੇ ਸਾਰੇ ਵਿਊਅਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗੁਰਰਤਨ ਜੀ, ਜਿਸ ਤਰ੍ਹਾਂ ਮੈਂ ਇੰਟਰੋਡਕਸ਼ਨ ਦੇ ਵਿੱਚ ਕਿਹਾ ਹੈ ਕਿ ਤੁਹਾਡੇ ਵੱਲੋਂ ਇੱਕ ਪ੍ਰਾਈਵੇਟ ਮੈਂਬਰ ਬਿੱਲ ਪ੍ਰੈਜ਼ੈਂਟ ਕੀਤਾ ਗਿਆ ਹੈ ਓਨਟਾਰੀਓ ਲੈਜਿਸਲੇਚਰ ਦੇ ਵਿੱਚ, ਜਿਸ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਨਵੰਬਰ ਦੇ ਪਹਿਲੇ ਹਫ਼ਤੇ ਨੂੰ ਸਿੱਖ ਜੈਨੋਸਾਈਡ ਵੀਕ ਡਿਕਲੇਅਰ ਕੀਤਾ ਜਾਵੇ। ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਦੀ ਅਵੇਅਰਨੈਸ ਹੋਣੀ ਚਾਹੀਦੀ ਹੈ, ਕਿਸ ਤਰ੍ਹਾਂ ਦੀ ਅਵੇਅਰਨੈਸ ਦੀ ਤੁਸੀਂ ਮੰਗ ਕਰ ਰਹੇ ਹੋ? ਹਾਂਜੀ, ਥੈਂਕ ਯੂ ਜੀ। ਸੋ ਬਿੱਲ ਦਾ ਮੇਨ ਮਕਸਦ ਹੈ ਕਿ ਹਰ ਸਾਲ ਦੇ ਵਿੱਚ ਹਰ ਪਹਿਲਾ ਮਹੀਨਾ ਹਰ ਪਹਿਲਾ ਹਫ਼ਤਾ ਨਵੰਬਰ ਦੇ ਮਹੀਨਾ ਦੇ ਵਿੱਚ ਉਹ ਅਸੀਂ ਸਿੱਖ ਜੈਨੋਸਾਈਡ ਅਵੇਅਰਨੈਸ ਵੀਕ ਅਸੀਂ ਯਾਦ ਕਰਨਾ ਜਾਂ ਅਸੀਂ ਰੈਕਗਨਾਈਜ਼ ਕਰਨਾ। ਅਤੇ ਮੇਨ ਗੱਲ ਇਹੀ ਹੈ ਕਿ ਸਾਨੂੰ ਇਹੀ ਦੇਖ ਲਿਆ ਕਿ ਬਰੈਂਪਟਨ ਦੇ ਵਿੱਚ ਓਨਟਾਰੀਓ ਦੇ ਵਿੱਚ ਬਹੁਤ ਜ਼ਿਆਦਾ ਲੋਕ ਨੇ ਜਿਹੜੇ ਉਹ ਹਾਲੇ ਵੀ ਉਹਦੇ ਦਿਲ ਵਿੱਚ ਕਾਫੀ ਦੁੱਖ ਕਰਦੇ ਨੇ ਜਾਂ ਕਾਫੀ ਦਿਸ ਹੈਵ ਦ ਨੈਗੇਟਿਵ ਫੀਲਿੰਗਸ ਐਂਡ ਇਮੋਸ਼ਨਸ ਜੋ ਕੁਛ ਹੋਇਆ। ਸੋ ਅਸੀਂ ਇਹ ਮੇਰਾ ਪ੍ਰਪੋਜ਼ਲ ਸੀਗਾ ਤਾਂ ਮੈਂ ਬਿੱਲ ਲੈ ਕੇ ਆਏ ਸੀਗਾ ਤਾਂ ਕਿ ਇੱਕ ਪੂਰਾ ਹਫ਼ਤੇ ਹੋ ਜਾਵੇ ਜਿੱਥੇ ਅਸੀਂ ਖੋਲ੍ਹ ਕੇ ਗੱਲ ਕਰ ਸਕੀਏ, ਕਿਉਂਕਿ ਹਾਲੇ ਤੱਕ ਜਦੋਂ ਅਸੀਂ ਗੱਲ ਨਹੀਂ ਕਰਦੇ ਰਹੇ ਫਿਰ ਅਸੀਂ ਜਿਹੜਾ ਦੁੱਖ ਹੈ ਅਸੀਂ ਉਹਦੇ ਇਲਾਜ ਅਸੀਂ ਨਹੀਂ ਕਰ ਸਕਦੇ। ਸੋ ਇਹ ਮੇਰਾ ਮੇਨ ਗੋਲ ਸੀਗਾ, ਇੱਕ ਟਾਈਮ ਕ੍ਰੀਏਟ ਕਰਨੀ ਤਾਂ ਕਿ ਅਸੀਂ ਖੋਲ੍ਹ ਕੇ ਅਸੀਂ ਜਿਹੜਾ ਸਾਡਾ ਟਰਾਮਾਸ ਪੇਨ ਅਤੇ ਜਿਹੜਾ ਬਾਕੀ ਆਲ ਦ ਫੀਲਿੰਗਸ ਐਂਡ ਇਮੋਸ਼ਨਸ ਵੀ ਹੈਵ ਅਸੀਂ ਐਡਰੈਸ ਕਰ ਸਕਦੇ ਐਂਡ ਹੀਲ ਕਲੈਕਟਿਵਲੀ ਟੂਗੈਦਰ। 2017 ਦੇ ਵਿੱਚ ਓਨਟਾਰੀਓ ਗਵਰਨਮੈਂਟ ਜਦੋਂ ਸੀਗੀ, ਲਿਬਰਲ ਗਵਰਨਮੈਂਟ ਸੀਗੀ, ਉਦੋਂ ਉਹਨਾਂ ਨੇ 1984 ਨੂੰ ਜੈਨੋਸਾਈਡ ਡਿਕਲੇਅਰ ਕੀਤਾ ਸੀਗਾ, ਉਦੋਂ ਅਪ੍ਰੈਲ ਦੇ ਮਹੀਨੇ ਦੇ ਵਿੱਚ। ਅਤੇ ਹੁਣ ਹਮੇਸ਼ਾ ਤੁਹਾਡੇ ਵੱਲੋਂ ਜਾਂ ਸਾਰਿਆਂ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਅਜਿਹੀਆਂ ਚੀਜ਼ਾਂ ਦੇ ਵਿੱਚ ਜਿਹੜੇ ਜ਼ਖਮ ਨੇ ਉਹ ਭਰੇ ਜਾਣ, ਪਰ ਤੁਹਾਨੂੰ ਨਹੀਂ ਲੱਗਦਾ ਕਿ ਜੇ ਅਸੀਂ ਅਜਿਹੀਆਂ ਚੀਜ਼ਾਂ ਨੂੰ ਦੁਬਾਰਾ ਲਿਆਂਦੇ ਜਾਵਾਂਗੇ ਤਾਂ ਉਹ ਕਿਤੇ ਜ਼ਖਮ ਹਰੇ ਹੁੰਦੇ ਨੇ ਭਰਨ ਦੀ ਬਜਾਏ? ਸੋ ਜਦੋਂ ਕੋਈ ਬੇਇਨਸਾਫੀ ਹੁੰਦੇ ਨੇ, ਭਾਵੇਂ ਸਾਡੀ ਕਮਿਊਨਿਟੀ ਨਾਲ ਭਾਵੇਂ ਕੋਈ ਹੋਰ ਕਮਿਊਨਿਟੀ ਨਾਲ, ਜਦੋਂ ਕੋਈ ਮੌਕਾ ਹੁੰਦਾ ਇਸ ਬੇਇਨਸਾਫੀ ਜਾਂ ਇਨਜਸਟਿਸ ਨੂੰ ਐਡਰੈਸ ਕਰਨ ਲਈ, ਫਿਰ ਅਸੀਂ ਹਮੇਸ਼ਾ ਦੋ ਚੀਜ਼ਾਂ ਅਚੀਵ ਕਰ ਸਕਦੇ। ਸਭ ਤੋਂ ਪਹਿਲੀ ਗੱਲ ਹੈ ਕਿਉਂਕਿ ਉਹ ਜਿਹੜਾ ਦੁੱਖ ਹੈ ਅਸੀਂ ਇਹ ਦੁੱਖ ਦੇਖ ਚੁੱਕੇ ਕਿ ਦੁੱਖ ਕਈ ਵਾਰੀ ਇੰਟਰਜਨਰੇਸ਼ਨਲ ਹੁੰਦਾ। ਕਹਿਣ ਦਾ ਮਤਲਬ ਕਿ ਜੇ ਕੋਈ ਬੇਇਨਸਾਫੀ ਹੁੰਦਾ ਨੇ ਤੁਹਾਡੇ ਮਾਂ ਜਾਂ ਤੁਹਾਡੇ ਪਿਓ ਦੇ ਨਾਲ, ਉਹ ਜਿਹੜਾ ਫੀਲਿੰਗ ਉਹ ਨੈਗੇਟਿਵਿਟੀ ਇਟ ਕੰਟੀਨਿਊਸ ਥਰੂ ਜਨਰੇਸ਼ਨਸ। ਸੋ ਇੱਕ ਗੱਲ ਅਸੀਂ ਉਸ ਟਰਾਮਾ ਤੋਂ ਅਸੀਂ ਹੀਲ ਕਰਨਾ ਚਾਹੁੰਦੇ ਨੇ, ਅਤੇ ਦੂਸਰੀ ਗੱਲ ਅਸੀਂ ਸਾਰੀ ਦੁਨੀਆ ਨੂੰ ਅਸੀਂ ਇੱਕ ਮੈਸੇਜ ਅਸੀਂ ਡਿਕਲੇਅਰ ਕਰਨਾ ਜਾਂ ਅਸੀਂ ਭੇਜਣਾ ਕਿ ਇਸ ਕਿਸਮ ਦਾ ਬੇਇਨਸਾਫੀ, ਇਹ ਕਿਸਮ ਦਾ ਕਤਲੇਆਮ, ਇਸ ਕਿਸਮ ਦਾ ਜੈਨੋਸਾਈਡ ਇਟ ਇਜ਼ ਨਾਟ ਐਕਸੈਪਟੇਬਲ। ਅਤੇ ਜਿੱਥੇ ਦੁਨੀਆ ਦੇ ਵਿੱਚ ਬੇਇਨਸਾਫੀ ਹੈ ਜਾਂ ਜੈਨੋਸਾਈਡ, ਸਾਡੀ ਜ਼ਿੰਮੇਵਾਰੀ ਬਣਦੀ ਹੈ ਉਸ ਬੇਇਨਸਾਫੀ ਦੇ ਖਿਲਾਫ ਬੋਲਣਾ। So it serves two goals: to allow our community to heal and also to show that this violence, this trauma, this genocide has no place in this world. ਜੀ, ਓਨਟਾਰੀਓ ਲੈਜਿਸਲੇਚਰ ਦੀ ਜੇ ਅਸੀਂ ਗੱਲ ਕਰੀਏ ਤਾਂ NDP ਇਜ਼ ਦੀ ਓਨਲੀ ਆਪੋਜੀਸ਼ਨ ਪਾਰਟੀ ਨਾਓ, ਐਂਡ ਜਦੋਂ ਇਲੈਕਸ਼ਨ ਦਾ ਟਾਈਮ ਸੀਗਾ ਉਦੋਂ NDP ਵੱਲੋਂ ਵੀ ਕਾਫੀ ਪ੍ਰੋਮਿਸਿਸ ਕੀਤੇ ਗਏ ਸੀ ਕਿ ਉਹ ਵੱਖ-ਵੱਖ ਮੁੱਦਿਆਂ ਉੱਤੇ ਗੱਲਬਾਤ ਕਰਨਗੇ, ਚਾਹੇ ਆਟੋ ਇੰਸ਼ੋਰੈਂਸ ਦਾ ਇਸ਼ੂ ਹੋ ਜਾਏ ਜਾਂ ਹੈਲਥ ਕੇਅਰ ਦਾ ਇਸ਼ੂ ਹੋ ਜਾਏ। ਪਰ ਜਦੋਂ ਹੁਣ ਤੁਸੀਂ ਪ੍ਰਾਈਵੇਟ ਮੈਂਬਰ ਬਿੱਲ ਪ੍ਰੈਜ਼ੈਂਟ ਕੀਤਾ ਹੈ, ਸਿਰਫ ਇਸੇ ਮੁੱਦੇ ਤੋਂ ਹੀ ਕਿਉਂ ਕੀਤਾ ਹੈ? ਵਾਈ ਨਾਟ ਆਟੋ ਇੰਸ਼ੋਰੈਂਸ ਔਰ ਵਾਈ ਨਾਟ ਹੈਲਥ ਕੇਅਰ? ਹਾਂਜੀ, ਮੇਰਾ ਜਿਹੜਾ ਪਿਛਲੇ ਸਾਲ ਮੈਂ ਇੱਕ ਬਿੱਲ ਲੈ ਕੇ ਆਇਆ ਸੀਗਾ ਅਤੇ ਉਹ ਬਿੱਲ ਸੀਗਾ ਆਟੋ ਇੰਸ਼ੋਰੈਂਸ ਦੇ ਬਾਰੇ, ਅਤੇ ਉਹ ਸਾਫ਼ ਲਿਖਿਆ ਸੀਗਾ ਕਿ ਇੱਕ ਚੀਜ਼ ਹੈਗਾ ਪੋਸਟਲ ਕੋਡ ਡਿਸਕ੍ਰਿਮੀਨੇਸ਼ਨ, ਜਿੱਥੇ ਉਹ ਸਾਨੂੰ ਬਿਨਾਂ ਮਤਲਬ ਸਿਰਫ ਸਾਡੇ ਰਿਹਾਇਸ਼ ਕਰਕੇ ਉਸ ਨੂੰ ਜ਼ਿਆਦਾ ਕਾਰ ਇੰਸ਼ੋਰੈਂਸ ਦੇ ਰੇਟ ਚਾਰਜ ਕਰਦੇ ਨੇ। ਸੋ ਮੈਂ ਉਹ ਪਿਛਲੇ ਸਾਲ ਲੈ ਕੇ ਆਇਆ ਅਤੇ ਕੰਸਰਵੇਟਿਵ ਸਰਕਾਰ ਐਕਚੁਅਲੀ ਮੇਰੇ ਬਿੱਲ ਦੇ ਖਿਲਾਫ ਵੋਟ ਪਾਈ, ਅਤੇ ਮੇਰਾ ਕਾਲੀਗ ਥਾਮਰ ਕੋਜਵੇਕ, ਉਹ ਵੀ ਇੱਕ NDP MPP, ਉਹ ਵੀ ਇੱਕ ਬਿੱਲ ਲੈ ਕੇ ਆਏ ਸੀ ਆਟੋ ਇੰਸ਼ੋਰੈਂਸ ਬਾਰੇ, ਉਹ ਜਿਹੜਾ ਪ੍ਰੋਫਿਟਸ ਨੂੰ ਕੰਟਰੋਲ ਕਰਨ ਲਈ, ਕਿਉਂਕਿ ਸਾਨੂੰ ਇੱਕ ਸਬੂਤ ਮਿਲ ਗਿਆ ਕਿ ਆਟੋ ਇੰਸ਼ੋਰੈਂਸ ਕੰਪਨੀਜ਼ ਸਾਨੂੰ ਓਵਰਚਾਰਜ ਕਰ ਰਹੇ ਹੋ ਇਨ ਦ ਬਿਲੀਅਨਸ। ਸੋ ਉਹ ਵੀ ਇੱਕ ਬਿੱਲ ਲੈ ਕੇ ਆਏ ਸੀ ਅਤੇ ਕੰਸਰਵੇਟਿਵ ਸਰਕਾਰ ਉਹਦਾ ਬਿੱਲ ਵੀ ਖਿਲਾਫ ਵੋਟ ਪਾਏ। ਸਾਡੇ ਪਾਰਟੀ ਅਸੀਂ 3 ਆਪੋਜੀਸ਼ਨ ਦੇ ਮੋਸ਼ਨ ਲੈ ਕੇ ਆਏ ਸੀ, 2 ਹੈਲਥ ਕੇਅਰ ਵਾਸਤੇ, ਜਿੱਥੇ ਸਾਡਾ ਮੰਗ ਬੜਾ ਕਲੀਅਰ ਸੀ ਕਿ ਬਰੈਂਪਟਨ ਦੇ ਵਿੱਚ ਇੱਕ ਨਵਾਂ ਹਸਪਤਾਲ ਦੀ ਲੋੜ ਹੈ ਅਤੇ ਹੈਲਥ ਕੇਅਰ ਫੰਡਿੰਗ ਦੀ ਲੋੜ ਹੈ। ਇਸ 2 ਆਪੋਜੀਸ਼ਨ ਦੇ ਮੋਸ਼ਨ 'ਤੇ ਕੰਸਰਵੇਟਿਵ ਸਰਕਾਰ ਖਿਲਾਫ ਵੋਟ ਪਾਏ ਅਤੇ ਅਸੀਂ ਇੱਕ
ਆਪੋਜੀਸ਼ਨ ਦੇ ਮੋਸ਼ਨ ਲੈ ਕੇ ਆਏ ਸੀਗਾ ਯੂਨੀਵਰਸਿਟੀ ਵਾਸਤੇ, ਜਿਹੜੇ ਸਾਡੇ ਮੰਗ ਬੜਾ ਕਲੀਅਰ ਸੀ ਕਿ ਬਰੈਂਪਟਨ ਦੇ ਵਿੱਚ ਇੱਕ ਯੂਨੀਵਰਸਿਟੀ ਹੋਣੀ ਚਾਹੀਦੀ ਹੈ। ਸੋ ਉਹ ਵੀ ਉਹ ਖਿਲਾਫ ਵੋਟ ਪਾਏ। ਕਹਿਣ ਦਾ ਮਤਲਬ ਜਿਹੜੇ ਸਾਡੇ ਬਰੈਂਪਟਨ ਦੇ ਮੇਨ ਮਸਲੇ ਨੇ, ਅਸੀਂ ਬਹੁਤ ਸਾਡੇ ਬਹੁਤ ਜ਼ਿਆਦਾ ਇੱਕ ਪ੍ਰੈਜ਼ੀਡੈਂਟ ਹੈਗੇ ਨੇ ਕਿ ਅਸੀਂ ਕਾਫੀ ਕੰਮ ਅਸੀਂ ਹੋ ਚੁੱਕੇ ਅਸੀਂ ਕੀਤੇ ਨੇ, ਅਤੇ ਅਸੀਂ ਦੁਬਾਰਾ ਵੀ ਅਸੀਂ ਇੱਦਾਂ ਦਾ ਕੰਮ ਕਰਨਾ ਚਾਹੁੰਦੇ ਨੇ। ਪਰ ਨਾਲ ਦੇ ਨਾਲ ਆਈ ਵਾਂਟਡ ਟੂ ਐਡਰੈਸ ਸਮਥਿੰਗ ਐਲਸ ਐਜ਼ ਵੈਲ। ਸੋ ਮੇਰਾ ਸੋਚ ਸੀ ਕਿ ਆਈ ਵਾਂਟਡ ਟੂ ਐਡਰੈਸ ਆਲ ਦ ਡਿਫਰੈਂਟ ਇਸ਼ੂਜ਼ ਦੈਟ ਅਫੈਕਟ ਆਵਰ ਕਮਿਊਨਿਟੀ। ਪਰ ਸਰਕਾਰ ਦੇ ਨਾਲ ਕੋਈ ਫੋਲੋ ਅਪ ਵੀ ਕੀਤਾ ਗਿਆ ਹੁੰਦਾ ਕਿ ਆਟੋ ਇੰਸ਼ੋਰੈਂਸ ਦਾ ਜਦੋਂ ਤੁਸੀਂ ਬਿੱਲ ਪ੍ਰੈਜ਼ੈਂਟ ਕੀਤਾ ਗਿਆ ਸੀ ਉਸ ਤੋਂ ਬਾਅਦ ਹੁਣ ਤੱਕ ਕੋਈ ਵੀ ਨਵਾਂ ਉਹਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਹੋਈ ਹੈ, ਔਰ ਸਰਕਾਰ ਵੱਲੋਂ ਵੀ ਕੁਝ ਖਾਸ ਐਲਾਨ ਨਹੀਂ ਕੀਤਾ ਗਿਆ ਆਟੋ ਇੰਸ਼ੋਰੈਂਸ ਲਈ? ਸਰਕਾਰ ਆਟੋ ਇੰਸ਼ੋਰੈਂਸ ਵਾਸਤੇ ਗੱਲ ਤਾਂ ਬੜਾ ਕਲੀਅਰ ਹੈ, ਉਹ ਕੁਝ ਕੀਤਾ ਨਹੀਂ। ਸੋ ਮੈਂ ਬਿੱਲ ਲੈ ਕੇ ਆਇਆ ਸੀਗਾ, ਉਹ ਖਿਲਾਫ ਵੋਟ ਪਾਏ, ਅਤੇ ਮੇਰੇ ਤੋਂ ਬਾਅਦ ਜਿਹੜੇ ਟਾਊਨ ਕੋਰਜਵਿਕ MPP ਹੰਬਰ ਰਿਵਰ ਬਲੈਕ ਕ੍ਰੀਕ ਤੋਂ NDP ਵੱਲੋਂ ਉਹ ਵੀ ਬਿੱਲ ਲੈ ਕੇ ਆਏ, ਉਹਦੇ ਵੀ ਬਿੱਲ ਖਿਲਾਫ ਵੋਟ ਪਾਈ ਸੀ। ਮੈਂ ਰੀਸੈਂਟਲੀ ਈਵਨ ਕੁਐਸਚਨ ਵੀ ਪੁੱਛਿਆ ਸੀਗਾ ਸਰਕਾਰ ਨੂੰ ਕਿ ਵਾਈ ਇਜ਼ ਇਟ ਦੈਟ ਸਾਡਾ ਰੇਟ ਹਮੇਸ਼ਾ ਹਰ ਮਹੀਨਾ ਇੱਦਾਂ ਲੱਗਦਾ ਕਿ ਆਰ ਰੇਟਸ ਆਰ ਗੋਇੰਗ ਅਪ ਹਾਇਰ ਐਂਡ ਹਾਇਰ ਐਂਡ ਹਾਇਰ। ਇਹ ਗੱਲ ਤਾਂ ਇੱਦਾਂ ਨਹੀਂ ਹੋਣਾ ਚਾਹੀਦਾ। ਵੀ ਆਰ ਸਟਿਲ ਆਸਕਿੰਗ ਕੁਐਸਚਨਸ। ਹਮੇਸ਼ਾ ਜਦੋਂ ਅਸੀਂ ਜਾਂਦੇ ਨੇ ਕੁਈਨਸ ਪਾਰਕ we're always pushing the government ਕਿ ਸਾਡਾ ਇਹ ਮੰਗ ਬੜਾ ਕਲੀਅਰ ਹੈ ਕਿ ਸਾਡਾ ਕਾਰ ਇੰਸ਼ੋਰੈਂਸ ਰੇਟ ਅਫੋਰਡੇਬਲ ਹੋਣੀ ਚਾਹੀਦੇ ਨੇ। ਦ ਕੰਜ਼ਰਵੇਟਿਵ ਸਰਕਾਰ ਉਹ ਮੰਨਦੇ ਨਹੀਂ। ਦੇ ਆਰ ਸਟਿਲ ਉਹ ਇੱਦਾਂ ਦਾ ਪਾਲਿਸੀ ਲਾ ਕੇ ਆਉਂਦੇ ਨੇ ਜਿਹੜਾ ਉਹ ਆਟੋ ਇੰਸ਼ੋਰੈਂਸ ਕੰਪਨੀ ਦਾ ਹੱਕ ਵਿੱਚ ਹੈ, ਨਾ ਕਿ ਆਮ ਬਰੈਂਪਟੋਨੀਅਨ ਵਾਸਤੇ। ਜੀ, ਜਿਸ ਤਰ੍ਹਾਂ ਅਜਿਹਾ ਇੱਕ ਮੁੱਦਾ ਹੈਗਾ ਹੈਲਥ ਕੇਅਰ ਦੀ ਗੱਲ ਕਰੀਏ ਤੇ ਰੀਸੈਂਟਲੀ ਬਰੈਂਪਟਨ ਨੇ ਹੈਲਥ ਕੇਅਰ ਐਮਰਜੈਂਸੀ ਐਲਾਨੀ ਸੀਗੀ। ਦੋ ਸਿਟੀ ਦਾ ਇਸ਼ੂ ਹੈਗਾ, ਲੇਕਿਨ ਫਿਰ ਵੀ ਤੁਸੀਂ ਬਰੈਂਪਟਨ ਈਸਟ ਨੂੰ ਰਿਪਰੈਜ਼ੈਂਟ ਕਰਦੇ ਹੋ, ਐਂਡ ਓਨਟਾਰੀਓ ਗਵਰਨਮੈਂਟ ਦੇ ਕੋਲ ਇਹ ਮੁੱਦਾ ਉਠਾਉਣ ਲਈ NDP ਵੱਲੋਂ ਕਿੰਨਾ ਪ੍ਰੈਸ਼ਰ ਪਾਇਆ ਗਿਆ ਸਰਕਾਰ ਦੇ ਉੱਤੇ ਹੈਲਥ ਕੇਅਰ ਵਾਸਤੇ ਸਪੈਸਿਫਿਕ? ਜੀ। ਸੋ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀਗਾ, ਅਸੀਂ ਦੋ ਆਪੋਜੀਸ਼ਨ ਦੇ ਮੋਸ਼ਨ ਲੈ ਕੇ ਆਏ। ਆਪੋਜੀਸ਼ਨ ਦੇ ਮੋਸ਼ਨ ਇਹੀ ਹੈ, ਇੱਕ ਕਿਸਮ ਦਾ ਮੋਸ਼ਨ ਹੈ ਜਿੱਥੇ ਅਸੀਂ ਗਵਰਨਮੈਂਟ ਨੂੰ ਅਸੀਂ ਪ੍ਰੈਜ਼ੈਂਟ ਕਰਦੇ ਨੇ ਕਿ ਤੁਸੀਂ ਇਸ ਮੁੱਦੇ ਦੇ ਉੱਤੇ ਤੁਸੀਂ ਕੰਮ ਕਰੋ। ਅਤੇ ਹੈਲਥ ਕੇਅਰ ਖਾਸ ਤੌਰ 'ਤੇ ਅਸੀਂ ਦੋ ਵਾਰੇ ਅਸੀਂ ਲਾ ਕੇ ਆਇਆ। ਦੋ ਵਾਰੇ ਦੇ ਵਿੱਚ ਕਿਉਂਕਿ ਰੀਸੈਂਟਲੀ ਇੱਕ ਰਿਸਰਚ ਆਇਆ ਸੀਗਾ ਕਿ ਬਰੈਂਪਟਨ ਸਿਵਿਕ ਸਾਡੇ ਸ਼ਹਿਰ ਵਿੱਚ 6 ਲੱਖ ਤੋਂ ਜ਼ਿਆਦਾ ਬੰਦੇ ਰਹਿੰਦੇ ਨੇ, ਪਰ ਸਾਡੇ ਕੋਲ ਸਿਰਫ ਇੱਕ ਹਸਪਤਾਲ ਹੈ, ਅਤੇ ਉਹ ਹਸਪਤਾਲ ਓਵਰ 100% ਕਪੈਸਿਟੀ ਦੇ ਕੰਮ ਕਰਦਾ ਕਿਉਂਕਿ ਉਹਨੂੰ ਘੱਟ ਫੰਡਿੰਗ ਮਿਲਦਾ। ਬਰੈਂਪਟਨ ਸਿਵਿਕ ਪੀਅਰ ਮੈਮੋਰੀਅਲ ਹੈਲਥ ਸੈਂਟਰ ਉਹ ਓਵਰ 587% ਕਪੈਸਿਟੀ ਕੰਮ ਕਰਦਾ ਕਿਉਂਕਿ ਉਹਨਾਂ ਵਧੀਆ ਫੰਡਿੰਗ ਨਹੀਂ ਮਿਲਦਾ ਜਿੰਨਾ ਹਿਸਾਬ ਨਾਲ ਲੋਕ ਆਉਂਦੇ ਨੇ। ਸੋ ਤਾਂ ਹੀ ਜਦੋਂ ਉਹ ਸਬੂਤ ਆ ਗਿਆ, ਅਸੀਂ ਸਾਡਾ ਦੁਆਰਾ ਜਿਹੜਾ ਆਪੋਜੀਸ਼ਨ ਦੇ ਮੋਸ਼ਨ ਹੈ ਅਸੀਂ ਲਾ ਕੇ ਆਇਆ ਸੀਗਾ, ਅਤੇ ਉਹ ਵੀ ਬੜਾ ਕਲੀਅਰ ਸੀ ਕਿ ਬਰੈਂਪਟਨ ਦੇ ਵਿੱਚ ਹੈਲਥ ਕੇਅਰ ਫੰਡਿੰਗ ਦੀ ਲੋੜ ਹੈ, ਪਰ ਫਿਰ ਵੀ ਕੰਜ਼ਰਵੇਟਿਵ ਸਰਕਾਰ ਨਹੀਂ ਮੰਨਿਆ ਅਤੇ ਉਹ ਖਿਲਾਫ ਵੋਟ ਪਾਏ ਇਸ ਮੋਸ਼ਨ ਦੇ ਉੱਤੇ। ਤੇ ਹੁਣ ਅਗਲਾ ਸਟੈਪ ਕੀ ਹੋਏਗਾ? ਸਾਡਾ ਅਗਲਾ ਸਟੈਪ ਹਮੇਸ਼ਾ ਇਹੀ ਹੈ ਕਿ ਅਸੀਂ ਵਿਰੋਧੀ ਪਾਰਟੀ ਹੈ, ਅਤੇ ਜਿਹੜਾ ਕੰਜ਼ਰਵੇਟਿਵ ਸਰਕਾਰ ਉਹ ਦੇ ਹੈਵ ਅ ਮੈਜੋਰਿਟੀ ਰਾਈਟ ਨਾਓ। ਰੋਜ਼ ਸਾਡਾ ਗੋਲ ਇਹੀ ਹੈ ਕਿ ਅਸੀਂ ਬਰੈਂਪਟਨ ਅਸੀਂ ਓਨਟਾਰੀਓ ਨੂੰ ਬਿਹਤਰ ਬਣਾਉਣਾ, ਅਤੇ ਜੇ ਅਸੀਂ ਸੋਸਾਇਟੀ ਨੂੰ ਬਿਹਤਰ ਬਣਾਉਣਾ, ਜੇ ਅਸੀਂ ਸੂਬੇ ਬਿਹਤਰ ਬਣਾਉਣਾ, ਜੇ ਅਸੀਂ ਸ਼ਹਿਰ ਨੂੰ ਬਿਹਤਰ ਬਣਾਉਣਾ, ਫਿਰ ਅਸੀਂ ਜਿਹੜੇ ਮੇਨ ਇਸ਼ੂ ਦੇ ਉੱਤੇ ਕੰਮ ਕਰਨਾ ਚਾਹੀਦਾ ਉਹ ਹੈਗਾ ਅਫੋਰਡੇਬਿਲਿਟੀ, ਉਹ ਹੈਗਾ ਆਟੋ ਇੰਸ਼ੋਰੈਂਸ। ਮੇਰੇ ਹਿਸਾਬ ਨਾਲ ਬਰੈਂਪਟਨ ਵਿੱਚ ਸਭ ਤੋਂ ਵੱਡਾ ਜਿਹੜਾ ਅਫੋਰਡੇਬਿਲਿਟੀ ਇਸ਼ੂ ਹੈ। ਐਜੂਕੇਸ਼ਨ, ਸਾਡੇ ਸ਼ਹਿਰ ਦੇ ਵਿੱਚ 6 ਲੱਖ ਤੋਂ ਜ਼ਿਆਦਾ ਬੰਦੇ ਰਹਿੰਦੇ ਨੇ, ਸਾਡਾ ਕੋਈ ਯੂਨੀਵਰਸਿਟੀ ਹੈ ਨਹੀਂ, ਇਹ ਗਲਤ ਹੈ, ਅਸੀਂ ਇਸ ਇਸ਼ੂ 'ਤੇ ਕੰਮ ਕਰਨਾ। ਅਤੇ ਹੈਲਥ ਕੇਅਰ ਜਿਹੜੇ ਸ਼ਹਿਰ ਦੇ ਵਿੱਚ ਸਬੂਤ ਬੜਾ ਕਲੀਅਰ ਹੈ, ਪਿਛਲੇ ਸਾਲਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕੀ ਹਾਲਵੇ ਦੇ ਵਿੱਚ ਇਲਾਜ ਹੁੰਦੇ ਨੇ ਕਿਉਂਕਿ ਉਹਨੂੰ ਕਮਰਾ ਮਿਲਦੇ ਨਹੀਂ, ਕਿਉਂਕਿ ਕੋਈ ਕਮਰਾ ਹੈ ਨਹੀਂ ਬਰੈਂਪਟਨ ਸਿਵਿਕ ਦੇ ਵਿੱਚ। ਇਹ ਗਲਤ ਹੈ, ਇੱਦਾਂ ਨਹੀਂ ਹੋਣਾ ਚਾਹੀਦੇ ਨੇ। ਸਾਡਾ ਜਿਹੜਾ ਕਮਿਟਮੈਂਟ ਬੜਾ ਕਲੀਅਰ ਹੈ ਕਿ ਅਸੀਂ ਬਰੈਂਪਟਨ ਬਿਹਤਰ ਬਣਾਉਣਾ, ਅਸੀਂ ਇਸ ਇਸ਼ੂ ਦੇ ਉੱਤੇ ਅਸੀਂ ਕੰਮ ਕਰਨਾ, ਅਸੀਂ ਕੀਤਾ ਹੋਇਆ, ਅਤੇ ਅਸੀਂ ਅੱਗੇ ਵੀ ਇਸ ਇਸ਼ੂ ਦੇ ਉੱਤੇ ਅਸੀਂ ਬਹੁਤ ਕੰਮ ਕਰਨਾ। ਜੀ, ਓਨਟਾਰੀਓ ਦੇ ਵਿੱਚ ਇਸ ਵੇਲੇ ਇੱਕ ਵੱਡੀ ਹੋਰ ਪ੍ਰੋਬਲਮ ਹੈਗੀ, ਆਈ ਡੋਨਟ ਨੋ ਇਫ ਯੂ ਆਰ ਅਵੇਅਰ ਆਫ, ਕਿ PSW ਔਰ ਜਿਹੜੇ ਲੌਂਗ ਟਰਮ ਕੇਅਰ ਵਰਕਰਸ ਨੇ ਉਹਨਾਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਨੇ। ਸੀਨੀਅਰ ਕੇਅਰ ਹੋਮ ਦੇ ਵਿੱਚ ਵੀ ਕਾਫੀ ਦਿੱਕਤਾਂ ਆ ਰਹੀਆਂ ਨੇ। ਬੇਸ਼ੱਕ ਆਪੋਜੀਸ਼ਨ ਵੱਲੋਂ ਕਿਹਾ ਜਾਂਦਾ ਹੈ ਕਿ ਸਰਕਾਰ ਕੰਮ ਨਹੀਂ ਕਰ ਰਹੀ, ਪਰ ਆਪੋਜੀਸ਼ਨ ਵੱਲੋਂ ਇਸ ਮਾਮਲੇ ਸੰਬੰਧੀ ਕਿੰਨਾ ਪ੍ਰੈਸ਼ਰ ਸਰਕਾਰ ਉੱਤੇ ਪਾਇਆ ਜਾ ਰਿਹਾ ਹੈ, ਜਾਂ ਫਿਰ ਆਪੋਜੀਸ਼ਨ ਦਾ ਇਸ ਉੱਤੇ ਕੀ ਸਟੈਂਡ ਹੈ? ਸਾਡਾ ਸਟੈਂਡ ਬਿਲਕੁਲ ਕਲੀਅਰ ਹੈ। ਜਦੋਂ ਕੋਈ ਲੌਂਗ ਟਰਮ ਕੇਅਰ ਬੈੱਡ ਹੈ ਜਾਂ ਐਨੀ ਕੋਰਨਰ ਇਸ ਹੈਲਥ ਕੇਅਰ ਏਰੀਆ ਦੇ ਵਿੱਚ ਕੋਈ ਸਪੋਰਟ ਦੀ ਲੋੜ ਹੈ, ਹੋਣੀ ਚਾਹੀਦੀ ਰਹੇ, ਕਿਉਂਕਿ ਜੇ ਅਸੀਂ ਸਬੂਤ ਦੇਖਦੇ ਹਾਂ ਬਰੈਂਪਟਨ ਦੇ ਵਿੱਚ ਓਵਰਆਲ ਪੀਲ ਏਰੀਆ ਦੇ ਵਿੱਚ ਜਿੰਨੇ ਅਸੀਂ ਕੰਟਰੀਬਿਊਟ ਕਰਦੇ ਨੇ ਸੂਬੇ ਨੂੰ, ਸਾਨੂੰ ਐਕਚੁਅਲੀ ਵਾਪਸ ਨਹੀਂ ਮਿਲਦੇ ਨੇ ਬਾਈ ਵੇ ਆਫ ਹੈਲਥ ਕੇਅਰ ਇਨਵੈਸਟਮੈਂਟ ਔਰ ਬਾਈ ਵੇ ਆਫ ਐਨੀ ਸੋਰਟ ਆਫ ਇਨਵੈਸਟਮੈਂਟ। ਸੋ ਅਸੀਂ ਬੜੀ ਕਲੀਅਰਲੀ ਕਹਿੰਦੇ ਨੇ ਕਿ ਪੀਲ ਰੀਜਨ ਦੇ ਵਿੱਚ ਖਾਸ ਤੌਰ 'ਤੇ ਬਰੈਂਪਟਨ ਦੇ ਵਿੱਚ
We need to have our fair share. We need to get our funding for either long-term care beds, for hospitals, for infrastructure across the board. पिछले साल ਦੀ ਗੱਲ ਹੈ ਮੇਰੇ ਖਿਆਲ ਜਿੱਥੇ ਜਦੋਂ ਸਿਟੀ ਆਫ ਬਰੈਂਪਟਨ ਇੱਕ ਹੈਲਥ ਕੇਅਰ ਕ੍ਰਾਈਸਿਸ ਡਿਕਲੇਅਰ ਕੀਤਾ ਹੋਇਆ ਜੀ। ਕਿਉਂਕਿ ਜੋ ਕੁਛ ਹੁਣ ਹੋ ਰਿਹਾ ਬਰੈਂਪਟਨ ਦੇ ਵਿੱਚ ਇਹ ਕ੍ਰਾਈਸਿਸ ਹੈ this is wrong it's hurting all of us and it's across the board from long-term care beds to also our hospital funding so ਸਾਡਾ position ਬੜਾ clear ਹੈ funding ਹੋਣੀ ਚਾਹੀਦੀ ਹੈ and Brampton deserves better ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਸਟੂਡੀਓ ਦੇ ਵਿੱਚ ਆਏ ਅਤੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ always a pleasure thank you ਤੁਹਾਡਾ ਬਹੁਤ you're it's a great you do an amazing job with your journalism and it's always an honor to be here thank you ਜੀ